ਅਗਲੀ ਖਬਰ ਦੇ ਵੱਲ ਵਧੀਏ। ਕੇਜਰੀਵਾਲ ਦੀ ਟੀਮ ਦੀ ਗੱਲ ਕਰੀਏ, ਕਹਿੰਦੇ ਕੈਦੀਆਂ ਨੂੰ ਵੀਆਈਪੀ ਸਹੂਲਤ ਦੇਣ ਦੇ ਲਈ ਕੇਜਰੀਵਾਲ ਦੀ ਟੀਮ ਵਸੂਲਦੀ ਹੈ ਪ੍ਰੋਟੈਕਸ਼ਨ ਮਨੀ। ਇਹ ਸੀਬੀਆਈ ਕਹਿ ਰਹੀ ਹੈ ਜੀ। ਅੱਛਾ, ਆਪਾਂ ਨਹੀਂ ਕਹਿ ਰਹੇ, ਆਪਾਂ ਤਾਂ ਟਿੱਪਣੀਆਂ ਹੀ ਕਰਦੇ ਹਾਂ, ਕਹਿੰਦੇ ਕੁਛ ਨਹੀਂ। ਸੀਬੀਆਈ ਕਹਿੰਦੀ ਹੈ ਕਿ ਜੀ ਜਿਹੜਾ ਸਤਿੰਦਰ ਜੈਨ ਹੈ ਇਹ ਜੇਲ੍ਹ 'ਚ ਕੈਦੀਆਂ ਨੂੰ ਵੀਆਈਪੀ ਸਹੂਲਤਾਂ ਦੇਣ ਦਾ ਠੇਕੇਦਾਰ। ਉਹ ਅੱਛਾ ਪ੍ਰਵੀਨ ਜੀ, ਤੁਹਾਡੇ ਧਿਆਨ 'ਚ ਹੋਣਾ ਕਿ ਇੱਕ ਸੁਕੇਸ਼ ਠੱਗ ਦੇ ਹਵਾਲੇ ਨਾਲ ਆਪਾਂ 2-3 ਵਾਰ ਖਬਰ ਕੀਤੀ, ਹੈ ਇਸ ਹਵਾਲੇ ਨਾਲ। ਸੁਕੇਸ਼ ਠੱਗ ਸਮੇਂ-ਸਮੇਂ ਆਪਣੀ ਚੈਟ, ਆਪਣੇ ਦਸਤਾਵੇਜ਼, ਆਪਣੇ ਅੰਕੜੇ ਅਦਾਲਤ 'ਚ ਰੱਖਦਾ ਰਿਹਾ, ਆਪਣੇ ਵਕੀਲਾਂ ਰਾਹੀਂ ਪੇਸ਼ ਕਰਦਾ ਰਿਹਾ। ਬੇਸ਼ੱਕ ਉਹ ਆਪ ਠੱਗੀਆਂ ਦੇ ਮਾਮਲੇ 'ਚ ਅੰਦਰ ਹੈ, ਉਹਦੀ ਕਈ ਵਾਰ ਉਹਦੀ ਗੱਲ ਹੋ ਸਕਦਾ ਗੰਭੀਰਤਾ ਨਾਲ ਲਈ ਜਾਂਦੀ ਹੋਵੇ। ਹਾਂਜੀ, ਪਰ ਉਹਦੇ ਤੱਥ ਜਿਹੜੇ ਸੀ ਉਹ ਬੜੇ, ਮਤਲਬ ਜਿਹੜੇ ਦੋਸ਼ ਲਾਉਂਦਾ ਸੀ, ਉਹ ਕਹਿੰਦੇ ਜੀ ਆ ਮੇਰੇ ਕੋਲ ਚੈਟ ਪਈ ਆ, ਇਸ ਕਮਰੇ 'ਚ ਬੈਠ ਕੇ ਮੀਟਿੰਗ ਹੁੰਦੀ ਸੀ, ਇੱਥੇ ਆ ਸੌਦਾ ਤੈਅ ਹੋਇਆ, ਮੈਨੂੰ ਜੀ ਆ ਇਹਨਾਂ ਨੇ ਸੁਨੇਹਾ ਲਾਇਆ ਕਿ ਫਲਾਣੇ ਥਾਂ ਦੇ ਉੱਤੇ ਪੈਸੇ ਭੇਜੋ ਜੀ। ਆ ਕੇਜਰੀਵਾਲ ਨੂੰ ਵੀ ਵਿੱਚ ਘੇਰਦਾ ਸੀ। ਉਹ ਕਹਿੰਦਾ ਕੇਜਰੀਵਾਲ ਮੈਨੂੰ ਕਹਿੰਦਾ ਸੀ ਫਲਾਣੇ ਥਾਂ ਦੇਸੀ ਘਿਓ ਦੇ ਆਓ ਭਾਈ 10 ਕਿਲੋ, ਕਹਿੰਦਾ 10 ਕਿਲੋ ਦੇਸੀ ਘਿਓ ਦਾ ਮਤਲਬ ਹੁੰਦਾ ਸੀ 10 ਕਰੋੜ ਦੇ ਆਓ। ਅੱਛਾ, ਸੋ ਇਸ ਲਈ ਕਹਿੰਦਾ ਜੀ ਇਹ ਹਵਾਲਾ। ਸੁਕੇਸ਼ ਠੱਗ ਕਹਿੰਦਾ ਜੀ ਸਤਿੰਦਰ ਜੈਨ ਕਦੇ ਮੈਨੂੰ ਕਹਿੰਦਾ ਸੀਗਾ ਤੂੰ ਪੈਸੇ ਦੇ, ਤੈਨੂੰ ਰਾਜ ਸਭਾ ਦਵਾਉਣਾ, ਕਦੇ ਕਹਿੰਦਾ ਸੀ ਐਮਪੀ ਦੀ ਟਿਕਟ ਦਵਾਉਣਾ ਹੈ। ਕਹਿੰਦਾ ਫਿਰ ਮੈਂ ਜਦੋਂ ਫਸ ਗਿਆ ਮਾਮਲਿਆਂ 'ਚ, ਮੈਂ ਅੰਦਰ ਆਇਆ ਤਾਂ ਮੈਨੂੰ ਕਹਿੰਦਾ ਜੇਲ੍ਹ 'ਚ ਵੀਆਈਪੀ ਸਹੂਲਤ, ਮੰਜਾ, ਬੈੱਡ, ਸਾਰਾ ਕੁਝ ਤੈਨੂੰ ਮਿਲੂਗਾ। 10 ਕਰੋੜ ਰੁਪਇਆ ਕਹਿੰਦਾ ਮੇਰੇ ਤੋਂ ਵਸੂਲ ਲਿਆ ਜੀ ਹੁਣ ਤੱਕ। ਇਹ ਪ੍ਰੋਟੈਕਸ਼ਨ ਮਨੀ ਤੇ ਲਈ ਉਹ ਸਤਿੰਦਰ ਜੈਨ ਤੇ ਦੋਸ਼ ਲਾਉਂਦਾ। ਤੇ ਇਹ ਮਾਮਲਾ ਹੁਣ ਸੀਬੀਆਈ ਦੇ ਧਿਆਨ 'ਚ, ਉਹਦੇ ਦੋਸ਼ਾਂ ਤੋਂ ਗਾਂਹ ਵੱਧ ਕੇ ਹੁਣ ਸੀਬੀਆਈ ਨੇ ਇਸ ਮਸਲੇ ਤੇ ਐਫਆਈਆਰ ਦਾ ਰਾਹ ਖੋਲ੍ਹ ਲਿਆ। ਠੀਕ ਹੈ ਜੀ। ਤੇ ਐਫਆਈਆਰ ਦਾ ਰਾਹ ਜਦੋਂ ਖੋਲ੍ਹਿਆ ਤੇ ਉਧਰੋਂ ਜਿਹੜਾ ਉਪ ਰਾਜਪਾਲ ਆ ਉਹ ਤੋਂ ਮਨਜ਼ੂਰੀ ਲੈ ਕੇ ਸਾਰੀ ਐਕਸ਼ਨ ਅੱਗੇ ਵਧਾਇਆ। ਤਾਂ ਕਹਿੰਦੇ ਜੀ ਕੇਜਰੀਵਾਲ ਦੀ ਟੀਮ ਇਸ ਕੰਮ ਦੀ ਮਾਹਰ ਹੈ ਕਿ ਉਹ ਜੇਲ੍ਹ ਦੇ ਅੰਦਰ ਜਿਹੜੇ ਧਨਾੜ, ਬੜੇ ਪੈਸੇ ਵਾਲੇ, ਬੜੇ ਠੱਗ ਚੋਰ, ਜਿਨ੍ਹਾਂ ਦੇ ਅੰਦਰ ਪੈਸਾ ਹੈਗਾ, ਉਹ ਜਦੋਂ ਕੈਦੀ ਅੰਦਰ ਜਾਂਦੇ ਨੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਵੀਆਈਪੀ ਸਹੂਲਤਾਂ ਦਿਵਾਉਣ ਦੇ ਲਈ ਪ੍ਰੋਟੈਕਸ਼ਨ ਮਨੀ ਲਈ ਜਾਂਦੀ ਆ। ਤੇ 10 ਕਰੋੜ ਸੁਕੇਸ਼ ਠੱਗ ਤੋਂ ਤੇ ਬਾਕੀਆਂ ਤੋਂ ਕਰੋੜਾ ਵਸੂਲਿਆ ਗਿਆ, ਜਿਹਦੀ ਜਾਂਚ ਹੁਣ ਸੀਬੀਆਈ ਨੇ ਕਰਨੀ। ਪ੍ਰਵੀਨ ਜੀ, ਤੁਸੀਂ ਫਲੈਟ ਲੈਣਾ ਹੋਵੇ, ਹਾਂਜੀ, ਤੁਸੀਂ ਕੋਈ ਮਕਾਨ ਲੈਣਾ ਹੋਵੇ, ਅੱਜ ਕੱਲ ਠੇਕੇਦਾਰ ਬਣਾਉਂਦੇ ਨੇ ਕਿ 500 ਫਲੈਟ ਦੀ ਟਾਵਰ ਬਣ ਰਹੀ ਹੈ ਜੀ, ਪਰ ਇੱਕ ਫਲੈਟ ਪਹਿਲਾਂ ਹੀ ਤਿਆਰ ਹੁੰਦਾ ਤੇ ਉਹਨੂੰ ਦਿਖਾ ਕੇ ਹੀ ਸਾਰੇ ਵਿਕ ਜਾਂਦੇ ਨੇ। ਕਿਹਾ ਜੀ ਸੈਂਪਲ ਫਲੈਟ ਹੈ। ਸੋ ਸਤਿੰਦਰ ਜੈਨ ਦੀ ਜੇਲ੍ਹ ਦੇ ਅੰਦਰ ਬੈਰਕ ਕੀ ਸੈਂਪਲ ਫਲੈਟ ਸੀ? ਕਿ ਉਹ ਸੈਂਪਲ ਬੈਰਕ ਸੀ ਕਿ ਦੇਖੋ ਜੀ ਮੇਰੀਆਂ ਲੱਤਾਂ ਘੁੱਟੀਆਂ ਜਾ ਰਹੀਆਂ, ਦੇਖੋ ਜੀ ਮੈਨੂੰ ਰੋਟੀ ਵਾਲਾ ਡੱਬਾ ਘਰੋਂ ਆਉਂਦਾ ਹੈ, ਦੇਖੋ ਜੀ ਮੇਰਾ ਮਸਾਜ ਵੀ ਹੁੰਦਾ ਹੈ, ਮੇਰਾ ਬਿਊਟੀ ਪਾਰਲਰ ਵੀ ਇੱਥੇ ਖੁੱਲਿਆ ਹੈ, ਮੇਰਾ ਦਫ਼ਤਰ ਵੀ ਹੈਗਾ, ਫਾਈਲਾਂ ਵੀ ਮੈਨੂੰ ਇੱਥੇ ਆਉਂਦੀਆਂ, ਮੈਨੂੰ ਕੁਰਸੀ ਵੀ ਮਿਲੀ ਹੈ, ਮੈਨੂੰ ਮੇਜ਼ ਵੀ ਮਿਲਿਆ, ਮੈਨੂੰ ਇੰਟਰਨੈਟ ਵੀ ਮਿਲਿਆ ਹੈ, ਮੇਰੇ ਕੋਲ ਮਤਲਬ ਕਿ ਨੌਕਰ ਚਾਕਰ ਵੀ ਹੈਗੇ ਅੰਦਰ ਸਾਰਾ ਕੁਝ ਕਰਨ ਲਈ। ਸੋ ਕੀ ਇਹ ਸੈਂਪਲ ਫਲੈਟ ਸੀ ਸਤਿੰਦਰ ਜੈਨ ਦਾ, ਜਿਹਨੂੰ ਦਿਖਾ ਕੇ ਬਾਕੀ ਕੈਦੀਆਂ ਨੂੰ ਵੇਚਿਆ ਗਿਆ ਤੇ ਉਹਨਾਂ ਤੋਂ ਪੈਸੇ ਵਸੂਲੇ ਗਏ? ਇਸ ਮਾਮਲੇ ਦੀ ਸੀਬੀਆਈ ਨੇ ਹੁਣ ਜਾਂਚ ਕਰਨੀ ਹੈ। ਠੀਕ ਹੈ ਜੀ। ਤੇ ਉਹ ਕੱਲਾ ਇੱਕ ਸੁਕੇਸ਼ ਠੱਗ ਨਹੀਂ, ਉਹਦੇ ਹਵਾਲੇ ਨਾਲ ਕਿੰਨੇ ਹੀ ਕੈਦੀਆਂ ਦਾ ਇਹ ਦੋਸ਼ ਸਾਹਮਣੇ ਆ ਰਿਹਾ ਕਿ ਉਹਨਾਂ ਤੋਂ ਪੈਸੇ ਵਸੂਲੇ ਗਏ, ਪਰ ਜਿਹੜੇ ਪੈਸੇ ਵਸੂਲੇ ਗਏ ਉਸ ਲੈਵਲ ਦੀ ਕਹਿੰਦੇ ਸਹੂਲਤ ਨਹੀਂ ਮਿਲੀ। ਇਸ ਲਈ ਮਾਮਲਾ ਉਜਾਗਰ ਹੁੰਦਾ ਸੀਬੀਆਈ ਕੋਲ ਪਹੁੰਚ ਗਿਆ। ਹੁਣ ਸੀਬੀਆਈ ਜਾਂਚ ਕਰੂਗੀ ਕਿ ਸਤਿੰਦਰ ਜੈਨ ਕੱਲਾ ਹੀ ਢਕਾਰ ਗਿਆ ਇਹ ਜਾਂ ਉਹਦੇ ਨਾਲ ਕੇਜਰੀਵਾਲ ਦੀ ਟੀਮ ਵੀ ਹੈ, ਤੇ ਉਹ ਟੀਮ ਦੇ ਵਿੱਚ ਕੜੀ ਕਿੱਥੇ ਤੱਕ ਜੁੜੀ ਹੈ ਉਹਦੀ ਵੀ ਜਾਂਚ ਹੋਣੀ ਹੈ। ਜਾਂ ਇਹ ਦੋਸ਼ ਲਾਉਣ ਵਾਲੇ ਕੋਈ ਬਦਲਾਖੋਰੀ ਦੇ ਨਾਲ ਕਿਸੇ ਹੋਰ ਪਾਰਟੀ ਦੇ ਪ੍ਰਭਾਵ ਹੇਠ ਤਾਂ ਨਹੀਂ ਲਾ ਰਹੇ ਕਿ ਇਹ ਕਿਸੇ। ਪਹਿਲੀ ਗੱਲ, ਜੇ 10 ਕਰੋੜ ਦਿੱਤੇ ਆ ਪ੍ਰਵੀਨ ਜੀ, ਤਾਂ ਉਹ ਇਹ ਤਾਂ ਹੈ ਨਹੀਂ ਕਿ 100 ਰੁਪਇਆ 200 ਰੁਪਇਆ ਜੇਬ ਚੋਂ ਕੱਢ ਕੇ ਦੇਤਾ, ਇਹਦਾ ਹਿਸਾਬ ਨਹੀਂ ਰੱਖਿਆ ਜੀ। 10 ਕਰੋੜ ਕਿਤੋਂ ਆਏ ਵੀ ਹੋਣੇ, ਕਿਸੇ ਖਾਤੇ 'ਚ ਹੋਣੇ ਵੀ, ਕਿੱਥੋਂ ਦਿੱਤੇ, ਕਿਵੇਂ ਆਏ, ਇਹ ਵੀ ਸਾਬਤ ਕਰਨਾ ਪੈਣਾ। ਤੇ ਜੇ ਬਾਕੀਆਂ ਨੇ ਵੀ ਕਰੋੜਾਂ ਦਿੱਤੇ ਤਾਂ ਉਹ ਸਾਬਤ ਕਰਨੇ ਪੈਣੇ। ਤੇ ਜਿਹਨੇ ਲਏ ਆ ਫਿਰ ਖਪਾਏ, ਕਿਵੇਂ ਖਪਾਏ, ਜੇ ਸੱਚਮੁੱਚ ਲਏ ਆ ਤਾਂ ਇਹਦੀ ਵੀ ਪੜਚੋਲ ਹੋਣੀ। ਇਸ ਲਈ ਇਹ ਮਾਮਲਾ ਅਦਾਲਤ 'ਚ ਜਾ ਕੇ ਸਾਫ਼ ਹੋਣਾ। ਅਜੇ ਦੋਸ਼ਾਂ ਦਾ ਹੀ ਮਾਮਲਾ ਹੈ ਤੇ ਜਿਹਨੂੰ ਲੈ ਕੇ ਸੀਬੀਆਈ ਨੇ ਐਫਆਈਆਰ ਦਾ ਰਾਹ ਖੋਲ੍ਹ ਲਿਆ। ਤੇ ਪਰ ਸਤਿੰਦਰ ਜੈਨ ਤੇ ਕੇਜਰੀਵਾਲ ਦੀ ਟੀਮ ਇੱਕ ਨਵੇਂ ਕੱਪੜੇ, ਨਵੇਂ ਵਿਵਾਦ 'ਚ ਫਸ ਸਕਦੀ ਹੈ, ਔਰ ਇਹ ਵਿਵਾਦ ਉਹਨਾਂ ਦੇ ਲਈ ਹੋਰ ਵੱਡਾ ਵੀ ਹੋ ਸਕਦਾ ਹੈ। ਸੋ ਇਸ ਲਈ ਅਜੇ ਸ਼ਰਾਬ ਨੀਤੀ ਵਾਲਾ ਮਾਮਲਾ ਨਿਬੜਿਆ ਨਹੀਂ ਕਿ ਨਵਾਂ ਪ੍ਰੋਟੈਕਸ਼ਨ ਮਨੀ ਵਾਲਾ ਇਹਨਾਂ ਦੇ ਗਲ ਪੈ ਗਿਆ। ਸੋ ਕੇਜਰੀਵਾਲ ਦੀ ਟੀਮ ਨੂੰ ਇੱਕ ਵਾਰ ਫਿਰ ਪਸੀਨੇ ਆ ਗਿਆ ਜੀ।